ਸਤਿ ਸ਼੍ਰੀ ਅਕਾਲ ਜੀ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ ਔਰ ਗੱਲ ਕਰ ਲੈਂਦੇ ਆ ਪੰਜਾਬ ਯੂਨੀਵਰਸਿਟੀ ਦੀ। ਜਿਸ ਢੰਗ ਦੇ ਨਾਲ ਸੀਨੇਟ ਦੀ ਚੋਣਾਂ ਦਾ ਮਸਲਾ ਜਿਹੜਾ ਹੈ ਉਹ ਲਗਾਤਾਰ ਭਖਦਾ ਹੋਇਆ ਨਜ਼ਰ ਆ ਰਿਹਾ। ਇਸ ਵਕਤ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦੇਣਾ। ਇੱਕ ਮਾਰਚ ਜਿਹੜਾ ਹੈ ਉਹ ਯੂਨੀਵਰਸਿਟੀ ਵੀਸੀ ਆਫਿਸ ਤੋਂ ਕੱਢਿਆ ਜਾ ਰਿਹਾ। ਅਨਮੋਲ ਗਗਨਮਾਲ ਸਾਡੇ ਨਾਲ ਨੇ, ਗੱਲਬਾਤ ਕਰ ਲੈਂਦੇ ਆ। ਅਨਮੋਲ ਜੀ, ਇੱਕ ਵੱਡਾ ਮਸਲਾ ਬਣਦਾ ਜਾ ਰਿਹਾ ਯੂਨੀਵਰਸਿਟੀ ਦੇ ਜਿਹੜੇ ਸੀਨੇਟ ਚੋਣ ਨੇ। ਲਗਾਤਾਰ ਚੋਣਾਂ ਦੀ ਡੇਟ ਜਿਹੜੀ ਹੈ ਕਦੇ ਅੱਗੇ ਕਰ ਦਿੱਤੀ ਜਾਂਦੀ ਹੈ, ਕਦੇ ਪੋਸਟਪੋਨ ਕਰ ਦਿੱਤੀਆਂ ਜਾਂਦੀਆਂ। ਕੀ ਮਨਸ਼ਾ ਹੈ, ਕੀ ਮੰਨਦੇ ਹੋ? ਕਿਉਂਕਿ ਜਿਸ ਢੰਗ ਦੀ ਗੱਲਾਂ ਕੀਤੀਆਂ ਜਾ ਰਹੀਆਂ ਕਿ ਕੇਂਦਰੀਕਰਨ ਹੋਣਾ ਜਾ ਰਿਹਾ ਹੈ ਇਸ ਯੂਨੀਵਰਸਿਟੀ ਦਾ, ਇਸ ਨੂੰ ਵੀ ਨਿੱਜੀ ਹੱਥਾਂ ਦੇ ਵਿੱਚ ਸੌਂਪਣ ਦੀ ਤਿਆਰੀ ਹੈ। ਦੇਖੋ, ਅੱਜ ਤੱਕ ਜਿਹੜੀ ਭਾਜਪਾ ਸਰਕਾਰ ਆ ਇਹ ਹਰ ਇੱਕ ਚੀਜ਼ ਨੂੰ ਆਪਣੇ ਅਧੀਨ ਕਰਨਾ ਚਾਹੁੰਦੀ ਆ। ਚਾਹੇ ਸਾਡੀਆਂ ਜ਼ਮੀਨਾਂ ਸੀ, ਚਾਹੇ ਅੱਜ ਸਾਡੀ ਸਿੱਖਿਆ, ਚਾਹੇ ਸਾਡੀਆਂ ਯੂਨੀਵਰਸਿਟੀਜ਼ ਨੇ। ਤੇ ਅਸੀਂ ਸਖਤ ਰੂਪ ਦੇ ਵਿੱਚ ਮੋਦੀ ਸਰਕਾਰ ਦੀ ਨਿੰਦਿਆ ਕਰਦੇ ਹਾਂ, ਕਿਉਂਕਿ ਇਹ ਪੰਜਾਬ ਯੂਨੀਵਰਸਿਟੀ ਹੈ, ਪੰਜਾਬ ਦਾ ਦਿਲ ਹੈ, ਪੰਜਾਬ ਦੀ ਧੜਕਣ ਹੈ। ਸਾਡੇ ਪੰਜਾਬ ਪੰਜਾਬੀਅਤ ਦਾ ਇਹ ਇੱਕ ਮਾਣ ਆ ਤੇ ਅਸੀਂ ਨਹੀਂ ਚਾਹੁੰਦੇ। ਇਹ ਅਸੀਂ ਪੰਜਾਬੀਆਂ ਨੇ ਖੜੀ ਕੀਤੀ ਹੈ। 100% ਇਹਦੇ ਵਿੱਚ ਪੰਜਾਬੀਆਂ ਦਾ ਯੋਗਦਾਨ ਆ। ਮੋਦੀ ਕੋਈ ਨਹੀਂ ਹੁੰਦਾ, ਭਾਜਪਾ ਵਾਲੇ ਕੋਈ ਨਹੀਂ ਹੁੰਦੇ। ਇੱਥੇ ਨੋਮੀਨੇਟ ਕਰਕੇ ਆਪਣੇ ਬੰਦੇ ਤਾਂ ਉਤਾਰਨ, ਕਿਉਂਕਿ ਕਦੇ ਵੀ ਇਹਨਾਂ ਨੂੰ ਜਿਹੜਾ ਸੈਨੇਟ ਦੇ ਵਿੱਚ ਬਹੁਮਤ ਇੱਥੇ ਮਿਲ ਨਹੀਂ ਸਕਦੀ। ਜਿਸ ਕਰਕੇ ਧੱਕੇ ਨਾਲ ਕਹਿੰਦੇ ਵੀ ਅਸੀਂ ਨੋਮੀਨੇਟ ਕਰਕੇ ਬੰਦੇ ਉਤਾਰਨੇ ਆ। ਸੈਨੇਟ ਦੀਆਂ ਇਲੈਕਸ਼ਨਾਂ ਹੋਣਗੀਆਂ, ਸਟੂਡੈਂਟ ਚੁਣਨਗੇ ਕਿ ਸਾਡੇ ਨੁਮਾਇੰਦੇ ਕੌਣ ਹੋਣਗੇ। ਕਿਉਂਕਿ ਜੇ ਕੱਲ ਨੂੰ ਇਹ ਨੋਮੀਨੇਟ ਕਰਕੇ ਵਾਈਸ ਚਾਂਸਲਰ ਆ ਸਕਦਾ ਜਿਹਨੂੰ ਇੱਥੋਂ ਦੀ ਵਿਰਾਸਤ ਦਾ ਨਹੀਂ ਪਤਾ, ਭਾਸ਼ਾ ਦਾ ਨਹੀਂ ਪਤਾ, ਜਿਨ੍ਹਾਂ ਨੇ ਇੱਥੋਂ ਨਾਸ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਜਿਹੜੇ ਸਿਕਿਉਰਿਟੀ ਲੈ ਕੇ ਤੁਰਦੇ ਆ, ਘਰਾਂ ਅੱਗੇ ਕਿਸੇ ਪੋਲੀਟੀਕਲ ਪਾਰਟੀ ਦੇ ਝੰਡੇ ਲਾਏ ਹੋਏ ਨੇ। ਸੋ ਐਸੇ ਬੰਦੇ ਨੂੰ ਕੋਈ ਅਧਿਕਾਰ ਨਹੀਂ, ਕਿਉਂਕਿ ਜਿਹੜਾ ਸਿੱਖਿਆ ਪ੍ਰਣਾਲੀ ਨਾਲ ਰਿਲੇਟਡ ਬੰਦਾ, ਉਹਦੀ ਕੋਈ ਪਾਰਟੀ ਨਹੀਂ ਹੁੰਦੀ, ਕੋਈ ਪੋਲੀਟੀਕਲ ਜਦੋਂ ਕੋਈ ਪ੍ਰਿੰਸੀਪਲ ਆ, ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੋਣਾ ਚਾਹੀਦਾ ਹੈ, ਚਾਹੇ ਵਾਈਸ ਚਾਂਸਲਰ ਹੈ। ਮਨਸ਼ਾ ਕੀ ਮੰਨਦੇ ਹੋ? ਕਿਆ ਜਿਹੜੀ ਆ ਪੰਜਾਬ ਯੂਨੀਵਰਸਿਟੀ ਹੈ ਜਿੱਥੋਂ ਕਈ ਜਿਹੜੇ ਸਟੂਡੈਂਟ ਲੀਡਰ ਵੀ ਨਿਕਲ ਕੇ ਅੱਗੇ ਜਾਂਦੇ ਹੋਏ ਨਜ਼ਰ ਆਉਂਦੇ ਨੇ, ਕਿਆ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ? ਦੇਖੋ, ਜਿਹੜੀ ਲੋਕਤੰਤਰਿਕ ਢਾਂਚਾ ਉਹ ਸ਼ੁਰੂ ਹੀ ਯੂਨੀਵਰਸਿਟੀਜ਼ ਤੋਂ ਬੱਚੇ ਸਿੱਖਦੇ ਆ, ਜਿੱਥੇ ਉਹਨਾਂ ਨੇ ਇਲੈਕਸ਼ਨ ਵੀ ਲੜਨੀ ਆ, ਆਪਣੀ ਮਰਜ਼ੀ ਦੀ ਸੈਨੇਟ ਚੁਣਨੀ ਆ, ਜਿੱਥੇ ਪ੍ਰਧਾਨਗੀ ਦੀਆਂ ਇਲੈਕਸ਼ਨਾਂ ਵੀ ਹੋਣੀਆਂ। ਜੇ ਅੱਜ ਇਹ ਚੀਜ਼ ਦਬਾਈ ਗਈ ਆ ਤਾਂ ਜਿਹੜਾ ਲੋਕਤੰਤਰਿਕ ਢਾਂਚਾ ਸਟੂਡੈਂਟ ਪੋਲੀਟਿਕਸ ਤੋਂ ਸ਼ੁਰੂ ਹੁੰਦਾ, ਉੱਥੋਂ ਹੀ ਲੀਡਰ ਨਹੀਂ ਪੈਦਾ ਹੋਣਗੇ ਤੇ ਉਹ ਬਾਹਰ ਜਾ ਕੇ ਫਿਰ ਜਿਹੜੀ ਮੇਨ ਪੋਲੀਟਿਕਸ ਆ ਉਹਦੇ 'ਚ ਸ਼ਾਮਲ ਕਿੱਥੋਂ ਹੋਣਗੇ। ਸੋ ਕਿਤੇ ਨਾ ਕਿਤੇ ਜਦੋਂ ਯੂਨੀਵਰਸਿਟੀ ਦਾ ਲੋਕਤੰਤਰਿਕ ਢਾਂਚਾ, ਡੈਮੋਕ੍ਰੇਸੀ ਖਤਮ ਕਰ ਰਹੇ ਆ, ਕਿਉਂਕਿ ਇਹਨਾਂ ਨੇ ਦੇਸ਼ ਦੀ ਵੀ ਕੀਤੀ ਆ, ਇਹ ਹਰ ਜਗ੍ਹਾ ਕਰਨਗੇ, ਇਹ ਕੇਂਦਰੀਕਰਨ ਕਰਨਗੇ, ਇਹ ਆਪਣੇ ਪੂਰੇ ਭਾਰਤ ਦੀਆਂ ਯੂਨੀਵਰਸਿਟੀਜ਼ ਨੂੰ ਆਪਣੇ ਕਬਜ਼ੇ ਥੱਲੇ ਲੈਣਾ ਚਾਹੁੰਦੇ ਨੇ। ਪਰ ਅਸੀਂ ਸਪਸ਼ਟ ਕਰਦੇ ਹਾਂ, ਅਸੀਂ ਚਾਹੁੰਦੇ ਹਾਂ ਵੀ ਹਰ ਬੰਦਾ ਹੀ ਆਵਾਜ਼ ਚੱਕੇ, ਪਰ ਸਾਡੇ ਪੰਜਾਬੀਅਤ ਇਹਨਾਂ ਨੂੰ ਪਤਾ ਵੀ ਪਹਿਲਾਂ ਦਿੱਲੀ 'ਚ ਕੀ ਹਾਲ ਹੋਇਆ, ਪਹਿਲਾਂ ਸਾਡੀ ਕਿਸਾਨੀ ਤੇ ਵਾਰ ਕਰ ਰਹੇ ਸੀ, ਹੁਣ ਜਵਾਨੀ ਤੇ ਵਾਰ ਕਰਨ ਲੱਗੇ ਹੋਏ ਆ। ਪਰ ਅਸੀਂ ਇਸ ਗੱਲ ਦੀ ਸਖਤ ਨਿੰਦਿਆ ਕਰਦੇ ਤੇ ਇਹ ਪੰਜਾਬੀ ਨੇ, ਇਹਨਾਂ 'ਚ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਇਹ ਸੁੱਤੀਆਂ ਜ਼ਮੀਰਾਂ ਵਾਲੇ ਨਹੀਂ, ਇਹ ਹੁਣ ਜਾਗੀਆਂ ਜ਼ਮੀਰਾਂ ਵਾਲੇ ਨੌਜਵਾਨ ਨੇ, ਜਿਹੜੇ ਅਸੀਂ ਡਟ ਕੇ ਖੜਾਂਗੇ। ਤੇ ਜੇ ਹਾਈ ਕੋਰਟ ਨੇ ਕਹਿ ਹੀ ਦਿੱਤਾ ਵੀ ਇਲੈਕਸ਼ਨ ਹੋਣੀ ਚਾਹੀਦੀ ਆ, ਤਾਂ ਮੈਨੂੰ ਨਹੀਂ ਸਮਝ ਆਉਂਦੀ ਵੀ ਪੋਲੀਟੀਕਲ ਪਾਰਟੀਆਂ ਨੂੰ ਕੀ ਦਿੱਕਤ ਹੈ। ਕੀ ਲੱਗਦਾ ਤੁਹਾਨੂੰ, ਕਿਉਂ ਲਗਾਤਾਰ ਪੰਜਾਬ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਹੈ? ਕਦੇ ਖੇਤੀ ਕਾਨੂੰਨਾਂ ਦੇ ਨਾਂ ਤੇ, ਕਦੇ ਬਿਜਲੀ ਸੋਧ ਬਿੱਲਾਂ ਦੇ ਨਾਂ ਤੇ, ਔਰ ਹੁਣ ਜਿਹੜੀ ਪੰਜਾਬ ਦੀ ਵਿਰਾਸਤ ਮੰਨੀ ਜਾਂਦੀ ਹੈ ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਦੇ ਵਿੱਚ ਹੈ, ਜਿਸ ਨੂੰ ਇਹ ਕਿਹਾ ਗਿਆ ਕਿ ਪਾਰਟੀਸ਼ਨ ਤੋਂ ਬਾਅਦ ਵੀ ਇੱਥੇ ਲੈ ਕੇ ਆਇਆ ਗਿਆ, ਯਾਨੀ ਇਸ ਵਿਰਾਸਤ ਨੂੰ ਪੰਜਾਬੀਆਂ ਨੇ ਪਹਿਲਾਂ ਵੀ ਨਹੀਂ ਛੱਡਿਆ ਔਰ ਹੁਣ ਵੀ ਛੱਡਣ ਲਈ ਤਿਆਰ ਨਹੀਂ। ਦੇਖੋ, ਕੇਂਦਰ ਵਾਲਿਆਂ ਨੂੰ ਇਹ ਕਲੀਅਰ ਆ, ਭਾਜਪਾ ਵਾਲਿਆਂ ਨੂੰ ਕਲੀਅਰ ਆ ਵੀ ਜਿੱਦਣ ਮੋਦੀ ਭਾਰਤ 'ਚੋਂ ਜਾਣਾ, ਜਿੱਦਣ ਇਹਨਾਂ ਤਾਨਾਸ਼ਾਹਾਂ ਦੀ ਸਰਕਾਰ ਡਿੱਗਣੀ ਆ, ਉਹ ਪੰਜਾਬੀਆਂ ਨੇ ਸਿੱਟਣੀ ਆ। ਕਿਉਂਕਿ ਅੱਜ ਤੱਕ ਜੇ ਆਜ਼ਾਦੀ ਵਿੱਚ ਸੀ, ਚਾਹੇ ਜਿੰਨੀਆਂ ਵੀ ਕ੍ਰਾਂਤੀਆਂ ਦੇਸ਼ ਵਿੱਚ ਆਈਆਂ ਨੇ, ਪੰਜਾਬੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਜਦੋਂ ਯੂਨੀਵਰਸਿਟੀ ਦੇ ਵਿੱਚ ਇਹਨਾਂ ਤੋਂ ਚੋਣ ਲੜਨ ਦਾ ਅਧਿਕਾਰ, ਵੋਟ ਦੇਣ ਦਾ ਅਧਿਕਾਰ ਹੀ ਖੋਲਿਆ ਗਿਆ, ਤਾਂ ਕਿਤੇ ਨਾ ਕਿਤੇ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਉਹ ਡੈਮੋਕ੍ਰੇਸੀ ਪਹਿਲਾਂ ਤਾਂ ਇੱਥੋਂ ਖਤਮ ਹੋਊਗੀ, ਚੋਣ ਲੜਨ ਦੀ ਭਾਵਨਾ ਖਤਮ ਹੋਊਗੀ। ਤੇ ਉਹ ਸਭ ਤੋਂ ਜ਼ਿਆਦਾ ਉਹਦਾ ਕੋਸ਼ਿਸ਼ ਇਹੀ ਹੈ ਵੀ ਇੱਥੇ ਸਿਲੇਬਸ ਉਹ ਵਾੜਿਆ ਜਾਵੇ, ਆਪਣਾ ਪ੍ਰਚਾਰ ਕੀਤਾ ਜਾਵੇ, RSS ਦੇ ਏਜੰਡੇ ਨੇ। ਸੋ ਜਦੋਂ, ਕਿਉਂਕਿ ਜੇ ਇਹਨਾਂ 'ਚੋਂ ਲੀਡਰ ਪੈਦਾ ਹੋ ਗਏ ਤਾਂ ਆਉਣ ਵਾਲੇ ਟਾਈਮ 'ਚ ਇਹਨਾਂ ਨੇ ਬਹੁਤ ਐਸੇ ਜਿਹੜੇ ਮਾੜੇ ਭਾਰਤ ਦਾ ਕਰਨ ਵਾਲੇ, ਪੰਜਾਬ ਦਾ ਕਰਨ ਵਾਲੇ, ਇਹਨਾਂ ਨੇ ਉਹਨਾਂ ਦੇ ਖਿਲਾਫ ਆਵਾਜ਼ ਚੱਕਣੀ ਹੈ। ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ, ਵਿਰਾਸਤ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਪੰਜਾਬ ਨੂੰ ਤਾਂ ਲੱਗੇ ਹੀ ਹੋਇਆ, ਕੋਈ ਵੈਰ ਹੀ ਹੈ ਕੇਂਦਰ ਵਾਲਿਆਂ ਦਾ। ਅੱਜ ਤੱਕ ਕੋਈ ਵੀ ਸਰਕਾਰ, ਚਾਹੇ ਕਾਂਗਰਸ ਆਈ ਉਹਨੇ ਕੀ ਕੀਤਾ, ਚਾਹੇ ਭਾਜਪਾ ਵਾਲਿਆਂ ਕੀ ਕੀਤਾ। ਸੋ ਇਹਨਾਂ ਨੇ ਵਾਰੀ-ਵਾਰੀ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਪੰਜਾਬੀ ਦਬਣ ਵਾਲੇ ਕਿੱਥੇ ਆ? ਅਸੀਂ ਤਾਂ ਵੱਡਿਆਂ ਤੋਂ ਨਹੀਂ ਦਬੇ, ਤਾਂ ਹੁਣ ਕੀ ਦਬਣਾ? ਲੇਕਿਨ ਅਨਮੋਲ ਜੀ, ਇੱਕ ਆਖਰੀ ਸਵਾਲ, ਇਹ ਗੱਲ ਕੀਤੀ ਜਾਂਦੀ ਹੈ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਜਿਸ ਢੰਗ ਦੇ ਨਾਲ ਫੰਡਿੰਗ ਕਰਨੀ ਚਾਹੁੰਦੀ ਸੀ ਇਸ ਯੂਨੀਵਰਸਿਟੀ ਨੂੰ, ਉਹ ਫੰਡਿੰਗ ਜਦੋਂ ਨਹੀਂ ਹੋਈ ਤਾਂ ਯੂਨੀਵਰਸਿਟੀ ਦਾ ਦਾਇਰਾ ਜਿਹੜਾ ਉਹ ਮਜਬੂਰਨ ਸੀਮਿਤ ਕਰਨ ਦੀ ਲੋੜ ਪੈ ਗਈ। ਦੇਖੋ, ਮੈਂ ਤੁਹਾਨੂੰ ਦੱਸਿਆ ਵੀ ਜੇ ਪੰਜਾਬ ਸਰਕਾਰ ਸਟੈਂਡ ਲੈਣ ਵਾਲੀ ਹੋਵੇ, ਜੇ ਪੰਜਾਬ ਸਰਕਾਰ ਬੋਲਣ ਵਾਲੀ ਹੋਵੇ,
ਤੇ ਗੱਲ ਹੀ ਕੁਝ ਹੋਰ ਹੋਵੇ। ਜੇ ਸਾਡਾ ਮੁੱਖ ਮੰਤਰੀ ਸਾਡੇ ਲਈ ਅੜਦਾ ਹੋਵੇ, ਆਪਣੇ ਬੱਚਿਆਂ ਲਈ ਪਹਿਲਾਂ ਤੋਂ ਹੀ ਦੇਖਦੇ, ਚਾਹੇ ਵਾਰੀ-ਵਾਰੀ ਸਰਕਾਰਾਂ ਆਉਂਦੀਆਂ ਰਹੀਆਂ, ਜੇ ਪਹਿਲਾਂ ਤੋਂ ਹੀ ਦੇਖਦੇ, ਜੇ ਅੜਨ ਵਾਲੇ ਹੁੰਦੇ ਤਾਂ ਨੌਜਵਾਨਾਂ ਨੂੰ ਧੁੱਪ ਦੇ ਵਿੱਚ, ਮੁਟਿਆਰਾਂ ਨੂੰ, ਸਾਡੇ ਗੱਭਰੂਆਂ ਨੂੰ ਇਸ ਤਰੀਕੇ ਆਪਣੀ ਪੜ੍ਹਾਈ ਛੱਡ ਕੇ, ਆਪਣੀ ਐਜੂਕੇਸ਼ਨ ਛੱਡ ਕੇ ਆਪਣੇ ਲੋਕਤੰਤਰਿਕ ਅਧਿਕਾਰਾਂ ਲਈ ਲੜਨਾ ਨਾ ਪੈਂਦਾ। ਮਿਹਰਬਾਨੀ ਜੀ। ਬਿਲਕੁਲ, ਦੇਖੋ ਲੋਕਤੰਤਰਿਕ ਅਧਿਕਾਰਾਂ ਲਈ ਲੜਨਾ ਨਾ ਪੈਂਦਾ। ਬਲਦੇਵ ਸਿੰਘ ਸਿਰਸਾ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਨੇ। ਸਿਰਸਾ ਸਾਹਿਬ ਇੱਕ ਵੱਡਾ ਮਸਲਾ ਬਣ ਗਿਆ ਪੰਜਾਬ ਯੂਨੀਵਰਸਿਟੀ, ਜਿਸ ਢੰਗ ਦੇ ਨਾਲ ਪਹਿਲਾਂ ਖੇਤੀ ਕਾਨੂੰਨ ਔਰ ਹੁਣ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਵਿਰਾਸਤ ਮੰਨੀ ਜਾਂਦੀ ਹੈ ਉਸ ਨੂੰ ਬਚਾਉਣ ਦੀ ਜਿਹੜੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਕਿੱਦਾਂ ਵੇਖਦੇ ਹੋ ਤੁਸੀਂ ਕੇਂਦਰ ਦੇ ਰੁਖ ਨੂੰ? ਦੇਖੋ, ਕੇਂਦਰ ਹਰ ਚੀਜ਼ ਦੇ ਉੱਤੇ ਪ੍ਰਬੰਧ ਕੰਟਰੋਲ ਕਰ ਰਿਹਾ ਹੈ। ਜਿਵੇਂ ਕਿ ਨੋਟਬੰਦੀ ਕੀਤੀ, 370 ਧਾਰਾ ਤੋੜੀ, ਲੇਬਰ ਲਾਅ ਖਤਮ ਕੀਤੇ, ਕਿਸਾਨ ਵਿਰੋਧੀ ਕਾਲੇ ਕਾਨੂੰਨ ਲੈਂਦੇ, ਤੇ ਇਸੇ ਤਰ੍ਹਾਂ ਰੇਲਵੇ ਟਰੈਕ ਜਿਹੜੇ ਨੇ ਉਹ ਵੀ ਰੇਲਵੇ ਦਿੱਤੀ, ਸਾਰਾ ਕੁਝ ਕਰਤਾ, ਪ੍ਰਾਈਵੇਟ ਕੀਤਾ ਜਾ ਰਿਹਾ, 에ਅਰਪੋਰਟ ਗਏ। ਹੁਣ ਇਹ ਜਿਹੜੇ ਵਿਦਿਅਕ ਅਦਾਰੇ ਨੇ ਔਰ ਪੰਜਾਬ ਯੂਨੀਵਰਸਿਟੀ ਔਰ ਇਹੋ ਜਿਹੇ ਅਦਾਰੇ ਵੀ ਜਿਹੜੇ ਖਤਮ ਕੀਤੇ ਜਾ ਰਹੇ ਨੇ, ਪਰ ਸਾਡਾ ਜਿਹੜਾ ਨੌਜਵਾਨ ਹੈ ਉਹ ਇਸ ਗੱਲ ਨੂੰ ਮਤਲਬ ਕਿ ਲੈ ਕੇ ਚੱਲਿਆ, ਤੇ ਅੱਜ ਮੈਂ ਵੀ ਇੱਥੇ ਜਿਹੜਾ ਉਹ ਪਹੁੰਚਿਆ ਹੋਇਆ ਹਾਂ। ਬਿਲਕੁਲ, ਤੁਸੀਂ ਇਸ ਧਰਨੇ ਦਾ ਹਿੱਸਾ ਬਣਦੇ ਹੋਏ ਨਜ਼ਰ ਆ ਰਹੇ ਹੋ, ਲੇਕਿਨ ਓਵਰਆਲ ਜਿਸ ਤਰ੍ਹਾਂ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਸੀਨੇਟ ਦੀਆਂ ਜਿਹੜੀਆਂ ਚੋਣਾਂ ਨੇ ਉਹਨੂੰ ਬਾਰ-ਬਾਰ ਪੋਸਟਪੋਨ ਕੀਤਾ ਜਾ ਰਿਹਾ, ਚੋਣਾਂ ਨਹੀਂ ਹੋਣ ਦਿੱਤੀਆਂ ਜਾ ਰਹੀਆਂ, ਇਸ ਦੇ ਪਿੱਛੇ ਅਸਲ ਮਨਸ਼ਾ ਕੀ ਮੰਨਦੇ ਹੋ? ਜੀ, ਸੀਨੇਟ ਦੀਆਂ ਚੋਣਾਂ ਇਸ ਕਰਕੇ ਨਹੀਂ ਹੋਈਆਂ ਜਾ ਰਹੀਆਂ ਕਿਉਂਕਿ ਜਿਨ੍ਹਾਂ ਨੇ ਕੰਟਰੋਲ ਕਰਨਾ, ਪ੍ਰਬੰਧ ਚਲਾਉਣਾ, ਯੂਨੀਵਰਸਿਟੀ ਕਿਵੇਂ ਚਲਾਉਣੀ ਆ, ਕਾਲਜਾਂ ਨੂੰ ਕਿਹੜੇ ਕਾਲਜਾਂ ਵਾਸਤੇ ਕੀ ਕਰਨਾ, ਉਹ ਸਾਰੇ ਦਾ ਸਾਰਾ ਜਿਹੜਾ ਹੈ ਇਹ ਇੱਕ ਵੀਸੀ ਨੂੰ ਇੱਥੇ ਲਾ ਕੇ ਤੇ ਵੀਸੀ ਦੇ ਸਦਾ ਜੋ ਉਤੋਂ ਇਸ਼ਾਰੇ ਆਉਣਗੇ ਉਹਦੇ ਹਿਸਾਬ ਦੇ ਨਾਲ ਜਿਹੜਾ ਇਹਨਾਂ ਨੇ ਇਹ ਕੰਮ ਕਰਨਾ। ਇਸ ਕਰਕੇ ਚੋਣਾਂ ਜਿਹੜੀਆਂ ਉਹ ਨਹੀਂ ਹੋਣ ਦਿੱਤੀਆਂ ਜਾ ਰਹੀਆਂ, ਪਰ ਸਾਡੇ ਜਿਹੜੇ ਨੌਜਵਾਨ ਨੇ ਉਹ ਦ੍ਰਿੜ ਨੇ ਔਰ ਅਸੀਂ ਨੌਜਵਾਨਾਂ ਦੇ ਪਿੱਛੇ। ਲੇਕਿਨ ਸਿਰਸਾ ਸਾਹਿਬ, ਵੀਸੀ ਦੀ ਜਿਹੜੀ ਭੂਮਿਕਾ ਉਸ ਨੂੰ ਵੀ ਆ ਜਿਹੜੇ ਨੌਜਵਾਨ ਨੇ ਸਵਾਲਾਂ ਦੇ ਘੇਰੇ ਦੇ ਵਿੱਚ ਲੈ ਕੇ ਖੜੇ ਨੇ। ਉਹ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਸੰਘ ਦੀ ਵਿਚਾਰਧਾਰਾ ਤੇ ਵੀਸੀ ਕੰਮ ਕਰ ਰਹੇ ਨੇ। ਕਿਤੇ ਨਾ ਕਿਤੇ ਨਹੀਂ, ਅਸਲੀਅਤ ਵਿੱਚ ਸੰਘ ਦੀ ਵਿਚਾਰਧਾਰਾ ਚੱਲ ਰਹੀ ਹੈ, ਪਰ ਇਹਨੂੰ ਸਾਡਾ ਨੌਜਵਾਨ ਤੇ ਅਸੀਂ ਇਹਨੂੰ ਕਿਸੇ ਵੀ ਕੀਮਤ ਦੇ ਉੱਤੇ ਇਹ ਲਾਗੂ ਨਹੀਂ ਹੋਣ ਦੇਵਾਂਗੇ। ਇਹਨਾਂ ਦੀਆਂ ਸਕੀਮਾਂ ਸਿਰੇ ਨਹੀਂ ਚੱਲਣਗੀਆਂ। ਲਗਾਤਾਰ ਪੰਜਾਬ ਟਾਰਗੇਟ ਹੋ ਰਿਹਾ ਹੈ, ਕੀ ਰੀਜ਼ਨ ਮੰਨਦੇ ਹੋ ਇਸ ਦਾ? ਇਹ ਇਕੱਲਾ ਪੰਜਾਬ ਨਹੀਂ, ਬਾਕੀ ਲੋਕਾਂ ਨੂੰ ਪਤਾ ਨਹੀਂ, ਸਾਰਾ ਦੇਸ਼ ਜਾਣਾ ਇਸ ਤਰ੍ਹਾਂ। ਬਿਲਕੁਲ, ਦੇਖੋ ਸਿੱਧੇ ਤੌਰ ਤੇ ਜੇਕਰ ਗੱਲ ਕਰੀਏ ਜਿਸ ਢੰਗ ਦੇ ਨਾਲ ਸੀਨੇਟ ਦੀਆਂ ਚੋਣਾਂ ਇੱਕ ਵੱਡਾ ਮਸਲਾ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਔਰ ਬਲਦੇਵ ਸਿੰਘ ਸਿਰਸਾ ਦੀ ਗੱਲ ਕਰੀਏ, ਹੋਰ ਆਗੂਆਂ ਦੀ ਗੱਲ ਕਰੀਏ, ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ। ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ, ਪੰਜਾਬ ਯੂਨੀਵਰਸਿਟੀ ਦੀਆਂ ਤਸਵੀਰਾਂ ਨੇ, ਜਿੱਥੇ ਜਿਹੜਾ ਐਡਮਿਨ ਬਲੋਕ ਹੈ ਉਸ ਦੇ ਬਾਹਰ ਜਿਹੜੇ ਸਟੂਡੈਂਟਸ ਨੇ, ਵੱਖ-ਵੱਖ ਜਿਹੜੇ ਵਰਗਾਂ ਦੇ ਲੋਕ ਇੱਥੇ ਇਕੱਠੇ ਹੋਏ ਨੇ, ਉਹ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ। ਤੁਸੀਂ ਵੇਖ ਸਕਦੇ ਹੋ ਕਿਸ ਢੰਗ ਦੇ ਨਾਲ ਅੱਜ ਫਿਰ ਜਿਹੜਾ ਵੀਸੀ ਆਫਿਸ ਹੈ ਉੱਥੋਂ ਮਾਰਚ ਕੱਢਿਆ ਗਿਆ, ਔਰ ਆ ਮਾਰਚ ਜਿਹੜਾ ਐਡਮਿਨ ਬਲੋਕ ਤੱਕ ਆਇਆ। ਇੱਥੇ ਹੁਣ ਵਿਰੋਧ ਪ੍ਰਦਰਸ਼ਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ, ਜਿੱਥੋਂ ਦੀਆਂ ਲਗਾਤਾਰ ਸਾਨੂੰ ਤਸਵੀਰਾਂ ਜਿਹੜੀਆਂ ਨੇ ਉਹ ਵਿਖਾਉਣ ਦੀਆਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਢੰਗ ਦੇ ਨਾਲ ਜਿਹੜੇ ਸੀਨੇਟ ਚੋਣ ਹੈ ਉਸ ਨੂੰ ਕਰਾਉਣ ਦੀ ਮੰਗ ਜਿਹੜੀ ਹੈ ਉਹ ਪੁਰਜ਼ੋਰ ਤਰੀਕੇ ਨਾਲ ਚੁੱਕੀ ਜਾ ਰਹੀ ਹੈ, ਕਿਉਂਕਿ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਯੂਨੀਵਰਸਿਟੀ ਦਾ ਜਿਹੜਾ ਹੱਕ ਹੈ, ਸਟੂਡੈਂਟਸ ਦੇ ਜਿਹੜੇ ਰਾਈਟਸ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੀ ਕੋਸ਼ਿਸ਼ ਨਹੀਂ ਹੋਣ ਦਿਆਂਗੇ। ਔਰ ਐਡਮਿਨ ਬਲੋਕ ਦੀਆਂ ਤਸਵੀਰਾਂ ਨੇ, ਐਡਮਿਨ ਬਲੋਕ ਦੇ ਬਾਹਰ ਹੁਣ ਸਟੂਡੈਂਟ ਔਰ ਵੱਖ-ਵੱਖ ਜਿਹੜੇ ਵਰਗਾਂ ਦੇ ਲੋਕ ਨੇ ਇੱਥੇ ਇਕੱਠੇ ਹੁੰਦੇ ਨਜ਼ਰ ਆ ਰਹੇ ਨੇ, ਵਿਰੋਧ ਕਰ ਰਹੇ ਨੇ। ਹਾਲਾਂਕਿ ਐਡਮਿਨ ਬਲੋਕ ਦੀ ਗੱਲ ਕਰੀਏ ਤੇ ਦਰਵਾਜ਼ੇ ਜਿਹੜੇ ਨੇ ਉਹ ਵੀ ਐਡਮਿਨ ਬਲੋਕ ਦੇ ਬੰਦ ਕਰ ਦਿੱਤੇ ਗਏ ਨੇ, ਔਰ ਹੁਣ ਐਡਮਿਨ ਬਲੋਕ ਦੇ ਬਾਹਰ ਹੀ ਧਰਨਾ ਪ੍ਰਦਰਸ਼ਨ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ। ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਸਟੂਡੈਂਟ ਜਿਹੜੇ ਨੇ ਉਹ ਗਰਮਜੋਸ਼ੀ ਦੇ ਵਿੱਚ ਆਪਣੀ ਮੰਗ ਪੁਰਜ਼ੋਰ ਤਰੀਕੇ ਨਾਲ ਚੁੱਕਦੇ ਨਜ਼ਰ ਆ ਰਹੇ ਨੇ ਕਿ ਛੇਤੀ ਤੋਂ ਛੇਤੀ ਸੀਨੇਟ ਦੀ ਜਿਹੜੀਆਂ ਚੋਣਾਂ ਨੇ ਉਹ ਕਰਾਈਆਂ ਜਾਣ, ਕਿਉਂਕਿ ਸੀਨੇਟ ਦੀ ਜੇਕਰ ਚੋਣਾਂ ਨਹੀਂ ਹੁੰਦੀਆਂ ਤੇ ਫਿਰ ਜਿਹੜੇ ਸਟੂਡੈਂਟਸ ਦੇ ਰਾਈਟ ਨੇ ਉਹਨਾਂ ਦੀ ਰਾਖੀ ਨਹੀਂ ਹੋ ਸਕੂਗੀ। ਤੁਸੀਂ ਵੇਖ ਸਕਦੇ ਹੋ ਤਸਵੀਰਾਂ, ਇੱਕ ਵੱਡਾ ਵਿਰੋਧ ਪ੍ਰਦਰਸ਼ਨ ਇੱਥੇ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਢੰਗ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ, ਸਰ ਕਿੱਦਾਂ ਦੇਖਦੇ ਹੋ? ਲਗਾਤਾਰ ਵਿਰੋਧ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ, ਲੇਕਿਨ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ, ਯੂਨੀਵਰਸਿਟੀ ਪ੍ਰਬੰਧਨ ਦੀ ਗੱਲ ਕਰੀਏ, ਕੇਂਦਰ ਦੀ ਮੋਦੀ ਸਰਕਾਰ ਦੀ ਗੱਲ ਕਰੀਏ, ਇਸ ਮਸਲੇ ਤੇ ਬੋਲਣ ਲਈ ਤਿਆਰ ਨੇ। ਹਾਂਜੀ ਅਪੀਲ ਆਈ ਸਾਰਿਆਂ ਨੂੰ, ਹਾਂਜੀ, ਅਪੀਲਾਂ ਬੇਨਤੀਆਂ ਦੱਸੋ। ਕਰੀਆਂ ਖੁਸ਼ੀਆਂ ਦੇ ਪਲੀਜ਼। ਕਿੱਦਾਂ ਦੇਖਦੇ ਹੋ ਸਰ ਇਸ ਵਿਰੋਧ ਪ੍ਰਦਰਸ਼ਨ ਨੂੰ, ਜਿਸ ਢੰਗ ਦੇ ਨਾਲ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਸੀਨੇਟ ਦੀਆਂ ਚੋਣਾਂ ਕਰਾਈਆਂ ਜਾਣ, ਲੇਕਿਨ ਹਾਈ ਕੋਰਟ ਦੀ ਇੰਟਰਵੀਨ ਤੋਂ ਬਾਅਦ ਵੀ ਬਾਰ-ਬਾਰ ਜਿਹੜੇ ਆ ਚੋਣ ਨੇ ਇਹਨਾਂ ਨੂੰ ਪੋਸਟਪੋਨ ਕੀਤਾ ਜਾ ਰਿਹਾ ਹੈ? ਬਹੁਤ ਮੰਦਭਾਗਾ ਹੈ ਔਰ ਇਹ ਬੜੀ ਪੰਜਾਬ ਯੂਨੀਵਰਸਿਟੀ ਦੇ ਉੱਤੇ ਇੱਕ ਧੱਬਾ ਲੱਗ ਰਿਹਾ ਹੈ ਸਾਰੇ ਇਸ ਗੱਲ ਨਾਲ ਕਿ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਜਮਹੂਰੀਅਤ ਦਾ ਢਾਂਚਾ ਹੈ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਿਹੜੇ ਚੰਦ ਕੁ ਬੰਦੇ ਇਸ ਸੋਚ ਦੇ ਮਾਲਕ ਨੇ ਔਰ ਇਸ ਤਰੀਕੇ ਦੀ ਇਹ ਕੋਸ਼ਿਸ਼ ਕਰ ਰਹੇ ਨੇ, ਮੇਰੀ ਉਹਨਾਂ ਸਭ ਨੂੰ ਇਹ ਅਪੀਲ ਹੈ, ਸਣੇ ਵਾਈਸ ਚਾਂਸਲਰ ਤੇ ਜਿੰਨੇ ਉਹਦੇ ਕੋਟਰੀ ਦੇ ਬੰਦੇ ਨੇ, ਕਿ ਇੱਕ ਵਾਰ ਝਾਤ ਮਾਰ ਕੇ ਤੇ ਵੇਖੋ ਪੰਜਾਬ ਯੂਨੀਵਰਸਿਟੀ ਦੇ ਸੁਨਹਿਰੇ ਇਤਿਹਾਸ ਨੂੰ। ਉਸ ਤੋਂ ਬਾਅਦ ਆਪਦਾ ਦਿਮਾਗ ਲਗਾਓ, ਆਪਦਾ ਮਨ ਲਗਾਓ, ਇਹਨੂੰ ਚੈੱਕ ਕਰੋ ਵੀ ਭਾਈ ਕੀ ਇਹੋ ਜਿਹੀ ਯੂਨੀਵਰਸਿਟੀ ਦਾ ਜਿਹਦਾ ਕਿ ਇੰਨਾ ਸੁਨਹਿਰੀ ਇਤਿਹਾਸ ਹੈ, ਉਸ ਨੂੰ ਇਸ ਤਰੀਕੇ ਨਾਲ ਖਰਾਬ ਕਰਨਾ, ਕਿੱਥੇ ਤੱਕ ਦੀਆਂ ਇਹਦੀਆਂ ਜਿਹੜੀਆਂ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ ਔਰ ਇਹਦਾ ਕੀ ਇੰਪੈਕਟ ਰਹੇਗਾ ਸਮਾਜ ਦੇ ਉੱਤੇ, ਐਜੂਕੇਸ਼ਨ ਦੇ ਉੱਤੇ। ਮਨਸ਼ਾ ਕੀ ਸਮਝਦੇ ਹੋ ਇਸ ਦੇ ਪਿੱਛੇ, ਅਸਲ ਮਨਸ਼ਾ ਕੀ ਹੈ? ਟੋਟਲ ਕੰਟਰੋਲ। ਕਿਸ ਤਰ੍ਹਾਂ ਦਾ ਕੰਟਰੋਲ? ਟੋਟਲ ਕੰਟਰੋਲ, ਮੈਂ ਇੱਕ ਸ਼ਬਦ ਵਰਤ ਰਿਹਾ, ਟੋਟਲ ਕੰਟਰੋਲ। ਕਦੀ ਵੀ ਤੁਸੀਂ ਟੋਟਲ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇਹੋ ਜਿਹੀਆਂ ਸੋਚਾਂ ਜਿਹੜੀਆਂ ਨੇ ਉਹ ਆਪਣੇ ਆਈਡੀਆਜ਼ ਇੰਪਲੀਮੈਂਟ ਕਰਨਗੀਆਂ, ਤਾਂ ਲੋਕ ਰਾਜ ਉਸ ਦੀ ਭੰਡੀ ਕਰੇਗਾ, ਉਸ ਦੇ ਵਿਦਰੋਹ 'ਚ ਖੜਾ ਹੋਏਗਾ। ਉਹਦਾ ਹੀ ਅੱਜ ਰਿਜ਼ਲਟ ਤੁਸੀਂ ਵੇਖ ਰਹੇ ਹੋ। ਲੇਕਿਨ ਇਹ ਕਿਸ ਤਰ੍ਹਾਂ ਦਾ ਟੋਟਲ ਕੰਟਰੋਲ ਕਿ ਜਨਤਾ ਜਿਹੜੀ ਹੈ, ਸਟੂਡੈਂਟ ਜਿਹੜੇ ਨੇ ਉਹ ਵਿਰੋਧ ਦੇ ਵਿੱਚ ਖੜੇ ਨੇ, ਲੇਕਿਨ ਉਹਨਾਂ ਦੀ ਆਵਾਜ਼ ਸੁਣਨ ਵਾਲਾ ਹੀ ਕੋਈ ਨਹੀਂ। ਕੋਈ ਗੱਲ ਨਹੀਂ, ਆਵਾਜ਼ ਜਿਹੜੀ ਹੈ ਲੋਕਾਂ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੈ। ਔਰ ਇਹ ਗੱਲ ਮੰਨ ਕੇ ਚੱਲੋ ਕਿ ਚਾਹੇ ਇਹ ਕਿੰਨਾ ਵੀ ਕੋਸ਼ਿਸ਼ ਕਰਕੇ ਦੇਖ ਲੈਣ, ਕਦੀ ਵੀ ਆਪਣੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੋ ਪਾਉਣਗੇ। ਔਰ ਹਮੇਸ਼ਾ ਹੀ ਇਹੋ ਜਿਹੀਆਂ ਕੋਸ਼ਿਸ਼ਾਂ ਹੁੰਦੀਆਂ ਆਈਆਂ ਨੇ। ਪੰਜਾਬ ਨਾਲ ਕਈ ਵਾਰੀ ਧੱਕਾ ਹੁੰਦਾ ਹੈ, ਪਰ ਪੰਜਾਬ ਹਮੇਸ਼ਾ ਡਟ ਕੇ ਉਹਦਾ ਵਿਰੋਧ ਕਰਦਾ ਹੈ। ਔਰ ਇਹੀ ਰਿਫਲੈਕਸ਼ਨ ਅੱਜ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਵੀ ਲੋਕ ਆ ਕੇ ਚਾਹੇ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰਨ, ਲੋਕੀ ਆਪਣੇ ਆਪ ਖੜੇ ਹੋ ਜਾਂਦੇ ਨੇ, ਜੁੜ ਜਾਂਦੇ ਨੇ। ਔਰ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਇਹ ਖੂਬਸੂਰਤੀ ਹੈ, ਇਹਦੇ ਜਿਹੜੇ ਗਵਰਨਿੰਗ ਬਾਡੀ ਦੀ ਇਹ ਖੂਬਸੂਰਤੀ ਹੈ, ਇਹ ਜਿਹੜਾ ਗੁਲਦਸਤਾ ਹੈ, ਇਹ ਢਾਂਚਾ ਹੈ, ਇਸ ਢਾਂਚੇ ਨੂੰ ਕੋਈ ਵੀ ਚੈੱਕ ਨਹੀਂ ਕਰ ਸਕਦਾ, ਕੋਈ ਵੀ ਬਦਲ ਨਹੀਂ ਸਕਦਾ, ਕਿਉਂਕਿ ਇਹ ਲੋਕਾਂ ਦੀ ਆਵਾਜ਼ ਦਾ ਢਾਂਚਾ ਹੈ। ਬਿਲਕੁਲ, ਪ੍ਰੋਫੈਸਰ ਮਨਜੀਤ ਵੀ ਸਾਡੇ ਨਾਲ ਨੇ, ਗੱਲਬਾਤ ਕਰਨੇ ਆ। ਇੱਕ ਵਾਰ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਤਸਵੀਰਾਂ ਵੀ ਦਿਖਾਉਂਦਾ ਰਹੇ। ਲਗਾਤਾਰ ਤਸਵੀਰਾਂ ਦੀ ਜ਼ਿਆਦਾ ਲੋੜ ਹੈ ਕਿਉਂਕਿ ਐਡਮਿਨ ਬਲਾਕ ਦੇ ਬਾਹਰ ਹੁਣ ਧਰਨਾ ਲੱਗਦਾ ਹੋਇਆ ਨਜ਼ਰ ਆ ਰਿਹਾ। ਪ੍ਰੋਫੈਸਰ ਸਾਹਿਬ, ਲਗਾਤਾਰ ਪ੍ਰੋਟੈਸਟ ਜਾਰੀ ਹੈ, ਕਈ ਦਿਨ ਹੋ ਗਏ ਸਟੂਡੈਂਟ ਜਿਹੜੇ ਨੇ ਉਹ ਹਨੇਰੀਆਂ ਦੇ ਵਿੱਚ, ਗਰਮੀ ਦੇ ਵਿੱਚ, ਮੀਂਹ ਝੱਖੜ ਦੇ ਵਿੱਚ ਵੀਸੀ ਦਫ਼ਤਰ ਦੇ ਬਾਹਰ ਬੈਠੇ ਨੇ ਕਿ ਸੀਨੇਟ ਚੋਣਾਂ ਕਰਾਈਆਂ ਜਾਣ। ਵੱਖ-ਵੱਖ ਜਥੇਬੰਦੀਆਂ ਵੀ ਜੁੜ ਰਹੀਆਂ ਨੇ, ਤੁਹਾਡੇ ਵਰਗੇ ਬੁੱਧੀਜੀਵੀ ਵੀ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ। ਕਿੱਦਾਂ ਦੇਖਦੇ ਹੋ, ਹਜੇ ਤੱਕ ਮੰਗ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ? ਇਹ ਜਿਹੜਾ ਇੱਥੇ ਵੀਸੀ ਲਾਇਆ, ਇਹਨਾਂ ਦਾ ਮਾਈਂਡ ਸੈਟ ਹੀ ਇਹੋ ਜਿਹਾ, ਇਹਨੇ ਕੋਰਸ ਹੀ ਇਹ ਪਾਸ ਕੀਤਾ ਕਿ ਕੀ ਇਹਨੂੰ ਡੈਮੋਕ੍ਰੇਸੀ ਨਾਲ ਨਫ਼ਰਤ ਹੈ ਕਿ ਨਹੀਂ ਹੈ। ਜਦੋਂ ਇਹਦਾ ਪੱਕਾ ਠੱਕਾ ਪਤਾ ਲੱਗ ਗਿਆ ਕਿ ਡੈਮੋਕ੍ਰੇਸੀ ਨੂੰ ਤਬਾਹ ਕਰਕੇ ਹੀ ਛੱਡੂਗਾ, ਤਾਂ ਫੇਰ ਹੀ ਇਹਨੂੰ ਵੀਸੀ ਲਾਇਆ ਗਿਆ। ਇਹੋ ਹੀ ਇਹਨੂੰ ਉੱਥੋਂ ਸੁਨੇਹਾ ਦਿੱਲੀ ਵੱਲੋਂ ਲਾ ਕੇ ਇੱਥੇ ਭੇਜਿਆ, ਔਰ ਉਹ ਇਹ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹ ਬਾਖੂਬੀ ਨਿਭਾ ਰਿਹਾ। ਦੇਖਣ ਨੂੰ ਇਹ ਹੈ ਕਿ ਹੁਣ ਕਦੀ ਇਸ ਯੂਨੀਵਰਸਿਟੀ ਦੇ ਇਤਿਹਾਸ 'ਚ ਨਹੀਂ ਹੋਇਆ। ਇਹ ਹੁਣ ਦੇਸ਼ ਅੰਦਰ ਵੀ ਹੋਊਗਾ, ਮੈਂ ਤੁਹਾਨੂੰ ਇੱਥੋਂ ਕਹਿ ਰਿਹਾ ਹੁਣੇ ਹੀ। ਇਹ ਪਾਰਲੀਮੈਂਟ ਦੀਆਂ ਚੋਣਾਂ ਹਰ ਵਾਰੀ ਜ਼ਰੂਰੀ ਨਹੀਂ ਰੈਗੂਲਰ ਹੋਣ, ਜਾਂ ਅਸੈਂਬਲੀਆਂ ਦੀਆਂ ਚੋਣਾਂ, ਇਹ ਇੱਥੋਂ ਹੀ ਤੁਸੀਂ ਸਮਝ ਲਓ ਕਿ ਜੇ ਇੱਥੇ ਦੀ ਰੈਗੂਲਰ ਜਿਹੜੀ ਇੱਥੇ ਦੀ ਸਾਡੀ ਯੂਨੀਵਰਸਿਟੀ ਦੀ ਪਾਰਲੀਮੈਂਟ ਕਹਿ ਲਓ, ਉਹਨੂੰ ਸੈਨੇਟ ਕਹਿੰਦੇ ਆ, ਜਿਹੜੀ ਲੋਕਾਂ ਨੇ ਵੋਟਾਂ ਪਾ ਕੇ ਅਲੱਗ-ਅਲੱਗ ਸੂਬਿਆਂ ਤੋਂ ਬਣਾਉਣੀ ਹੁੰਦੀ ਹੈ, ਔਰ ਉਸ ਦੀਆਂ ਚੋਣਾਂ ਨੂੰ ਲਗਾਤਾਰ ਪੋਸਟਪੋਨ ਕੀਤਾ ਜਾ ਰਿਹਾ। 1 ਸਾਲ ਹੋ ਗਿਆ, ਸਾਰੀਆਂ ਪਾਵਰਾਂ ਆਪਣੇ ਹੱਥ 'ਚ ਲੈ ਕੇ ਵੀਸੀ ਬੈਠਾ, ਇੱਟ ਸਿਆਪਾ ਹੋ ਰਿਹਾ, ਸਾਰੇ ਜਾਣੇ ਪ੍ਰੋਟੈਸਟ ਹੋ ਰਿਹਾ, ਨੌਜਵਾਨ ਕਰ ਰਹੇ, ਪਾਰਟੀਆਂ ਕਰ ਰਹੀਆਂ, ਸੋਸ਼ਲ ਐਕਟਿਵਿਸਟ ਕਰ ਰਹੇ, ਅਸੀਂ ਟੀਚਰ ਆਏ, ਪੂਟਾ ਆਏ, ਸਾਰੇ ਟੀਚਰ। ਉਹਦੇ ਬਾਵਜੂਦ ਵੀ ਇਹਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ, ਹਰ ਵਾਰੀ ਲਾਰੇ ਲਾ ਦਿੰਦਾ। ਪਿਛਲੀ ਵਾਰੀ ਇਸ ਵੀਸੀ ਨੇ ਕਿਹਾ ਸੀ, ਜਿਹੜਾ ਵੱਡਾ ਪ੍ਰੋਟੈਸਟ ਹੋਇਆ ਸੀ, ਕਿ ਅਸੀਂ 12 ਸਤੰਬਰ ਨੂੰ ਚੋਣਾਂ ਕਰਾਵਾਂਗੇ, ਇਹ ਸੁਨੇਹਾ ਦਿੱਤਾ ਸੀ, ਡਰਦੇ ਮਾਰੇ ਨੇ। ਪਰ ਅੱਜ ਫਿਰ ਸਰਕੂਲਰ ਜਾਰੀ ਕਰਤਾ, ਜਾਂ 19 ਨੂੰ ਹੋਣਗੀਆਂ, ਜਾਂ 26 ਨੂੰ ਹੋਣਗੀਆਂ, ਜਾਂ ਅਜੇ ਪਤਾ ਨਹੀਂ ਕਦੋਂ ਹੋਣਗੀਆਂ। ਇਹ ਸਾਰੇ ਇਸ ਗੱਲ ਤੋਂ ਨਿਰਾਸ਼ ਹੈਗੇ ਤੇ ਨਾਰਾਜ਼ ਹੈਗੇ ਤੇ ਗੁੱਸੇ 'ਚ ਹੈ। ਕਹਿਣ ਆਇਆ ਕਿ ਤੇਰੀ ਹੋਸ਼ ਟਿਕਾਣੇ ਕਰ ਦਿਆਂਗੇ ਵੀਸੀ ਨੂੰ, ਰਾਜ ਕੁਮਾਰ ਤੇਰਾ ਅਸੀਂ ਤੈਨੂੰ ਜਗ੍ਹਾ ਦਿਖਾ ਦਿਆਂਗੇ ਜੇ ਤੂੰ ਇਸ ਯੂਨੀਵਰਸਿਟੀ ਨੂੰ ਇਹਦੇ ਵੱਲ ਮਾੜੀ ਅੱਖ ਰੱਖੀ। ਇਹਨੂੰ ਕਿਸੇ ਵੀ ਕਿਸਮ ਦੀ ਇਹਦੀ ਜਿਹੜੀ ਡੈਮੋਕ੍ਰੈਟਿਕ ਕਦਰਾਂ ਕੀਮਤਾਂ ਆ ਉਹਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਇਹਨਾਂ ਦਾ ਉੱਥੇ ਬੈਠਾ ਵੱਡਾ ਲੀਡਰ ਮੋਦੀ ਸੰਵਿਧਾਨ ਦੀ ਭੋਰਾ ਪਰ ਪਰਵਾਹ ਨਹੀਂ ਕਰਦਾ। ਇਹ ਇੱਥੇ ਯੂਨੀਵਰਸਿਟੀ ਦੇ ਕੈਲੰਡਰ ਦੀ ਜਿਹੜਾ ਕਿ ਇੱਥੇ ਦਾ ਕਨਸਟੀਟਿਊਸ਼ਨ ਆ ਉਹਦੀ ਭੋਰਾ ਪਰ ਪਰਵਾਹ ਨਹੀਂ ਕਰਦਾ। ਇਹ ਜਿਹੜੇ ਇੱਥੇ ਲੋਕ ਅੱਜ ਇਕੱਠੇ ਹੋਏ ਭਲੀ ਭਾਂਤ ਸਮਝਦੇ ਆ ਕਿ ਇਹ ਲੜਾਈ ਇੱਥੇ ਕੱਲਾ ਸੈਨੇਟ ਚੋਣ ਹੋਣ ਦੇ ਨਾਲ ਖਤਮ ਨਹੀਂ ਹੋਣੀ। ਇਹ ਯੂਨੀਵਰਸਿਟੀ ਨੂੰ ਬਚਾਉਣਾ ਕਿਵੇਂ ਆ, ਦੇਸ਼ ਦੇ ਅੰਦਰ ਇੱਕ ਲੋਕਤੰਤਰਕ ਆਵਾਜ਼ ਨੂੰ ਕਿਵੇਂ ਬਚਾਉਣਾ, ਇਹ ਵੱਡੀ ਲੜਾਈ ਉਦੋਂ ਤੱਕ ਲਗਾਤਾਰ ਜਾਰੀ ਰਹਿਣੀ ਹੈ। ਲੇਕਿਨ ਪ੍ਰੋਫੈਸਰ ਸਾਹਿਬ ਕੀ ਸਮਝਦੇ ਹੋ,
ਵਿਦਿਅਕ ਅਦਾਰਿਆਂ ਨੂੰ ਟਾਰਗੇਟ ਕਰਨ ਦਾ ਅਸਲ ਮੰਤਵ ਕੀ ਹੈ? ਬਿਲਕੁਲ ਕਿ ਸਾਇੰਟੀਫਿਕ ਟੈਂਪਰ ਜਿਹੜਾ ਆ ਲੋਕਾਂ ਦੇ ਵਿੱਚ ਤਰਕਸ਼ੀਲਤਾ ਉਹਨੂੰ ਤਬਾਹ ਕੀਤਾ ਜਾਏ ਔਰ ਇੱਕ ਹੋਰ ਹੀ ਕਿਸੇ ਕਿਸਮ ਦੀਆਂ ਘੰਟੀਆਂ ਵਜਾਉਣ ਵਾਲਾ ਵਿਸ਼ਵਾਸ ਵਾਲਾ ਗਊ ਪੂਜਾ ਦਾ ਹੋਰ ਕਿਸਮ ਦਾ ਜਿਹੜਾ ਮਾਹੌਲ ਪੈਦਾ ਕੀਤਾ ਜਾਏ। ਤੁਹਾਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ, ਇਲਮ ਹੋਣਾ ਚਾਹੀਦਾ ਕਿ ਇੱਕ ਸੈਕੂਲਰ ਯੂਨੀਵਰਸਿਟੀ ਦੇ ਵਿੱਚ ਵੀਸੀ ਸਾਹਿਬ ਨੇ ਆਉਂਦਿਆਂ ਹੀ ਸਰਕਾਰੀ ਆਪਣੇ ਬੰਗਲੇ ਦੇ ਉੱਪਰ ਤਰਸ਼ੂਲ ਲਾਇਆ ਹੋਇਆ ਔਰ ਸਾਰੇ ਮੀਡੀਆ 'ਚੋਂ ਫੋਟੋ ਦਿਖਾਈ ਗਈ ਕਿ ਤਰਸ਼ੂਲ ਲਾਓ ਜਿੱਥੇ ਮੰਦਿਰ ਤੇ ਲਾਓ, ਤੁਸੀਂ ਜੇ ਨਿਸ਼ਾਨ ਸਾਹਿਬ ਲਾਉਣਾ ਗੁਰਦੁਆਰੇ ਤੇ ਲਾਓ, ਉਹ ਵੀ ਯੂਨੀਵਰਸਿਟੀ ਦੇ ਅੰਦਰ ਹੈ। ਤੁਹਾਨੂੰ ਵੀਸੀ ਲਾਇਆ ਕਿ ਤੁਹਾਨੂੰ ਇੱਥੇ ਕੋਈ ਸ਼ਿਵ ਜੀ ਦਾ ਉੱਤੇ ਵੱਡਾ ਸਾਰਾ ਸਟੈਚੂ ਤੁਸੀਂ ਆਪਣੇ ਕੋਠੇ ਤੇ ਲਾ ਕੇ ਉੱਥੇ ਮੰਦਿਰ, ਇਹ ਸਰਕਾਰੀ ਬਿਲਡਿੰਗ ਦੇ ਉੱਤੇ ਮੈਂ ਕਹਿ ਰਿਹਾ, ਪ੍ਰਾਈਵੇਟ ਹੈ ਤੇ ਜੋ ਮਰਜ਼ੀ ਕਰੋ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹ ਸਾਫ਼ ਹੈਗਾ ਕਿ ਇਹੋ ਜਿਹੇ ਆਦਮੀਆਂ ਨੂੰ ਐਡੀਆਂ ਵੱਡੀਆਂ ਪ੍ਰੀਮੀਅਰ ਯੂਨੀਵਰਸਿਟੀਆਂ 'ਚ ਇਸ ਕਰਕੇ ਲਾਇਆ ਗਿਆ ਕਿ ਇੱਥੇ ਦਾ ਵਿਦਿਅਕ ਜਿਹੜਾ ਐਟਮੋਸਫੀਅਰ ਉਹ ਖਤਮ ਹੋਵੇ, ਲੜਾਈਆਂ ਝਗੜੇ ਹੋ ਕੇ ਯੂਨੀਵਰਸਿਟੀ ਖਤਮ ਹੋ ਜੇ, ਇਹ ਸਾਰੀ ਬਣੀ ਬਣਾਤੀ ਪ੍ਰਾਪਰਟੀ ਅਡਾਨੀਆਂ ਅਬਾਨੀਆਂ ਜਾਂ ਉਹਨਾਂ ਵਰਗਿਆਂ ਨੂੰ ਦੇ ਦਿੱਤਾ ਜਾਏ ਕਿਉਂਕਿ ਦੇਸ਼ ਦੇ ਅੰਦਰ ਪੈਸਾ ਹੈ ਨਹੀਂ, ਰੈਵਨਿਊ ਹੈ ਨਹੀਂ ਔਰ ਇਹੋ ਜਿਹੀਆਂ ਯੂਨੀਵਰਸਿਟੀਆਂ ਨੂੰ ਵੇਚ ਕੇ ਉਹ ਜਿਹੜਾ 6 ਲੱਖ ਕਰੋੜ ਰੁਪਈਆ ਇਕੱਠਾ ਕਰਨਾ ਉਹ ਇਹਦਾ ਪੈਸਾ ਵੀ ਉੱਥੇ ਹੀ ਜਾਊ। ਇਸ ਨੂੰ ਇਸ ਲਹਿਜ਼ੇ ਦੇ ਵਿੱਚ ਵੀ ਲੈ ਸਕਦੇ ਹਾਂ ਕਿ ਜਿਹੜੀ ਯੂਨੀਵਰਸਿਟੀਜ਼ ਨੇ ਉਹ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੇ ਸਟੂਡੈਂਟ ਲੀਡਰ ਖੜੇ ਕਰਦੇ ਨੇ, ਜਿਹੜੇ ਬਾਅਦ ਦੇ ਵਿੱਚ ਜਾ ਕੇ ਸਿੱਧੇ ਤੌਰ ਤੇ ਵੱਡੇ ਲੀਡਰ ਬਣਦੇ ਹੋਏ ਨਜ਼ਰ ਆਉਂਦੇ ਨੇ, ਕਿਆ ਉਹ ਇਹ ਵੀ ਇੱਕ ਕਹਿ ਸਕਦੇ ਹਾਂ ਕਿ ਮੰਤਵ ਹੈ ਕਿ ਜਿਹੜੀ ਸਟੂਡੈਂਟ ਪੋਲਿਟਿਕਸ ਹੈ ਇਸ ਤੇ ਵੀ ਲਗਾਮ ਲਾਈ ਜਾ ਸਕੇ ਤਾਂ ਕਿ ਅੱਛੇ ਔਰ ਚੰਗੇ ਲੀਡਰ ਜਿਹੜੇ ਨੇ ਉਹ ਨਾ ਬਚ ਸਕਣ? ਨਹੀਂ, ਤੁਹਾਡਾ ਇਹ ਜਿਹੜਾ ਸਵਾਲ ਆ ਉਹ ਬਹੁਤ ਮੈਨੂੰ ਲੱਗਦਾ ਕਿ ਰੈਲੇਵੈਂਟ ਸਵਾਲ ਹੈ। ਮੈਨੂੰ ਚੰਗਾ ਲੱਗਾ ਕਿ ਜੇ ਨਾ ਹੋਊ ਬਾਂਸ ਨਾ ਵੱਜੂ ਬੰਸਰੀ, ਜੇ ਲੋਕ ਸਿਆਣੇ ਨਹੀਂ ਹੋਣਗੇ ਤੇ ਸਵਾਲ ਨਹੀਂ ਕਰਨਗੇ। ਜਿਸ ਕਿਸਮ ਦਾ ਬੇਵਕੂਫ ਬਣਾਉਣਾ ਉਹਨਾਂ ਲਈ ਬੜਾ ਆਸਾਨ ਹੋ ਜਾਊਗਾ, ਪਰ ਇਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਕਿ ਜੇ ਦੇਸ਼, ਇਹ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਆ, ਸਭ ਤੋਂ ਵੱਡੇ ਰਾਸ਼ਟਰਵਾਦੀ ਕਹਿੰਦੇ ਆ, ਇੱਥੇ ਆਤੰਕਵਾਦੀ ਪੈਦਾ ਹੋ ਜਾਣਗੇ। ਉਹ ਜਿੱਥੇ ਲੋਕਾਂ ਨੇ ਨਹੀਂ ਪੜ੍ਹਾਇਆ ਜਾਂ ਜਿੱਥੇ ਲੋਕਾਂ ਨੇ ਇਸ ਕਿਸਮ ਦਾ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਲਈ ਸਰਕਾਰਾਂ ਨੇ, ਅਫਗਾਨਿਸਤਾਨ ਤੋਂ ਸਬਕ ਸਿੱਖ ਲੈਣ। ਉਹ ਫਿਰ ਇਹੋ ਜਿਹੇ ਹਥਿਆਰ ਚੱਕੇ ਉਹਨਾਂ ਨੇ ਕਿ ਅਮਰੀਕਾ ਤੇ ਜਿਹੜੇ ਇੰਗਲੈਂਡ ਵਰਗੇ ਆ ਲਿੱਲੜੀਆਂ ਕੱਢਦੇ ਫਿਰਦੇ, ਉਹਨਾਂ ਦੇ ਗੋਡੀ ਹੱਥ ਲਾਉਂਦੇ ਆ ਕਿ ਸਾਨੂੰ ਥੋੜੇ ਜਿਹੇ ਦਿਨ ਕਿਰਪਾ ਕਰਕੇ ਹੋਰ ਦੇ ਦਿਓ। ਉਹਨਾਂ ਦੀਆਂ ਫੌਜਾਂ ਤੱਕ ਉੱਥੋਂ ਨੱਕ ਦੇ ਵਿੱਚ ਦਮ ਕਰਕੇ ਉਹਨਾਂ ਨੂੰ ਭਜਾਤਾ। ਇਹ ਦੇਸ਼ ਵੱਡਾ ਇੱਕ ਆਤੰਕਵਾਦ ਦਾ ਅੱਡਾ ਬਣ ਜਾਊਗਾ ਜੇ ਇਹਨਾਂ ਨੇ ਨੌਜਵਾਨਾਂ ਨੂੰ ਯੂਨੀਵਰਸਿਟੀਆਂ ਨੂੰ ਤਬਾਹ ਕਰਤਾ ਤੇ ਉੱਥੇ ਨਾ ਪੜ੍ਹਨ ਦਿੱਤਾ, ਨਾ ਸਿੱਖਿਅਤ ਬਣਾਇਆ। ਇਹਦੇ ਰੈਪਰਕਸ਼ਨ ਸਾਡੇ ਦੇਸ਼ ਦੇ ਲੋਕਤੰਤਰ ਲਈ, ਇਹਦੀ ਅਖੰਡਤਾ ਲਈ ਬਹੁਤ ਵੱਡੇ ਤੇ ਗਹਿਰੇ ਹੋਣਗੇ। ਬਿਲਕੁਲ, ਦੇਖੋ ਸਿੱਧੇ ਤੌਰ ਤੇ ਵੱਡੀ ਗੱਲ ਕੀਤੀ ਹੈ ਪ੍ਰੋਫੈਸਰ ਮਨਜੀਤ ਨੇ। ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ। ਆ ਤਸਵੀਰਾਂ ਨੇ ਪੰਜਾਬ ਯੂਨੀਵਰਸਿਟੀ ਦੇ ਐਡਮਿਨ ਬਲਾਕ ਦੀਆਂ। ਐਡਮਿਨ ਬਲਾਕ ਦੇ ਬਾਹਰ ਜਿਹੜਾ ਉਹ ਧਰਨਾ ਪ੍ਰਦਰਸ਼ਨ ਹੋ ਰਿਹਾ ਹੈ। ਲਗਾਤਾਰ ਜਿਹੜਾ ਹੈ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਢੰਗ ਦੇ ਨਾਲ ਸੀਨੇਟ ਚੋਣਾਂ ਦੀ ਮੰਗ ਕੀਤੀ ਜਾ ਰਹੀ ਹੈ ਔਰ ਸੀਨੇਟ ਚੋਣਾਂ ਹੁੰਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਕਿਉਂਕਿ ਲਗਾਤਾਰ ਪੋਸਟਪੋਨ ਕਰ ਦਿੱਤੀਆਂ ਜਾਂਦੀਆਂ ਨੇ ਸੀਨੇਟ ਚੋਣਾਂ ਔਰ ਉਸ ਨੂੰ ਲੈ ਕੇ ਸਟੂਡੈਂਟ ਜਿਹੜੇ ਨੇ, ਵੱਖ-ਵੱਖ ਵਰਗਾਂ ਦੇ ਲੋਕ ਜਿਹੜੇ ਨੇ ਹੁਣ ਉਹ ਵਿਰੋਧ ਕਰਦੇ ਨਜ਼ਰ ਆ ਰਹੇ ਨੇ। ਜਿਹੜੀਆਂ ਤਸਵੀਰਾਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ, ਤਸਵੀਰਾਂ ਨੇ ਐਡਮਿਨ ਬਲਾਕ ਦੇ ਬਾਹਰ ਦੀਆਂ ਜਿੱਥੇ ਇੱਕ ਵੱਡਾ ਇਕੱਠ ਜਿਹੜਾ ਧਰਨਾ ਪ੍ਰਦਰਸ਼ਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇੱਕ ਵੱਡਾ ਧਰਨਾ ਜਿਹੜਾ ਇੱਥੇ ਲੱਗਿਆ ਹੋਇਆ ਹੈ ਔਰ ਉਸ ਧਰਨੇ ਦੀਆਂ ਇੱਕ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਨਾਅਰੇਬਾਜ਼ੀ ਹੋ ਰਹੀ ਹੈ। ਅਮਨ, ਕਿੱਦਾਂ ਦੇਖਦੇ ਹੋ? ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ, ਲਗਾਤਾਰ ਪ੍ਰੋਟੈਸਟ ਜਿਹੜਾ ਉਹ ਜਾਰੀ ਹੈ ਲੇਕਿਨ ਕੋਈ ਸੁਣਨ ਲਈ ਤਿਆਰ ਨਹੀਂ। ਬਿਲਕੁਲ, ਇਹ 13ਵਾਂ ਦਿਨ ਹੈ ਅੱਜ ਧਰਨੇ ਦਾ। ਵਾਈਸ ਚਾਂਸਲਰ ਵੱਲੋਂ ਕੋਈ ਸੁਣਵਾਈ ਨਹੀਂ ਹੋ ਰਹੀ, ਪਰ ਮੈਨੂੰ ਲੱਗਦਾ ਵੀ ਵਿਦਿਆਰਥੀਆਂ ਦੇ ਇਰਾਦੇ ਬਹੁਤ ਦ੍ਰਿੜ ਨੇ ਵੀ ਇਸ ਯੂਨੀਵਰਸਿਟੀ ਨੂੰ ਕਿਸੇ ਵੀ ਹਾਲ ਦੇ ਵਿੱਚ ਸੰਘੀਆਂ ਦੇ ਹੱਥ 'ਚ ਤਾਂ ਨਹੀਂ ਜਾਣ ਦਿੰਦੇ। ਹੋਰ ਜੋ ਮਰਜ਼ੀ ਹੋ ਜੇ, ਸਾਡੇ ਨਾਲ ਸਾਡੀਆਂ ਮਾਵਾਂ ਖੜੀਆਂ ਨੇ, ਸਾਡੇ ਨਾਲ ਸਾਰੇ ਬਜ਼ੁਰਗ ਪੰਜਾਬ 'ਚੋਂ, ਹਰਿਆਣੇ 'ਚੋਂ, ਸਾਰੇ ਪਾਸਿਓਂ ਹਮਾਇਤ ਮਿਲ ਰਹੀ ਹੈ। ਇਸ ਕਰਕੇ ਹੁਣ ਵਾਈਸ ਚਾਂਸਲਰ ਇਹ ਭੁਲੇਖੇ ਕੱਢ ਦੇਵੇ ਵੀ ਯੂਨੀਵਰਸਿਟੀ ਨੂੰ ਕਿਸੇ ਤਰ੍ਹਾਂ ਕਬਜ਼ਾ ਕਰ ਲਊਗਾ। ਮਨਸ਼ਾ ਕੀ ਹੈ? ਮਨਸ਼ਾ ਇਹਨਾਂ ਦੀ ਇਹ ਹੈ ਵੀ ਸੈਨੇਟ ਨੂੰ ਖਤਮ ਕਰਕੇ ਇੱਥੇ ਆਪਦੀ ਨਵੀਂ ਸਿੱਖਿਆ ਨੀਤੀ ਤਹਿਤ ਆਪਦੇ ਬੰਦੇ ਲਾਉਣੇ ਆ। ਅਸੀਂ ਉਹ ਹੋਣ ਨਹੀਂ ਦੇਵਾਂਗੇ। ਯੂਨੀਵਰਸਿਟੀ ਨੂੰ ਬੰਦ ਰੱਖਣਾ ਵੱਧ ਤੋਂ ਵੱਧ ਸਮੇਂ ਲਈ ਅਸੀਂ ਖੁਲਵਾ ਕੇ ਰਹਾਂਗੇ ਵਿਦਿਆਰਥੀ। ਇਹ ਦੋ ਜਿਹੜੇ ਮੇਨ ਟੀਚੇ ਨੇ ਵੀ ਯੂਨੀਵਰਸਿਟੀ ਖੋਲੀ ਜਾਵੇ, ਸੈਨੇਟ ਦੀਆਂ ਚੋਣਾਂ ਕਰਵਾਈਆਂ ਜਾਣ, ਇਹਨੂੰ ਲੈ ਕੇ ਆਪਣੀ ਗੱਲ ਹੋ ਰਹੀ ਹੈ ਕਿ ਭਗਵਾਕਰਨ ਹੋ ਜਾਊਗਾ, ਨਿੱਜੀਕਰਨ ਹੋ ਜਾਊਗਾ ਔਰ ਸੈਂਟਰਲਾਈਜ਼ ਹੋ ਜਾਊਗੀ ਯੂਨੀਵਰਸਿਟੀ। ਕਿਆ ਉਸੇ ਤਰਫ ਕਦਮ ਵਧਾਏ? ਉਹਦੇ ਵੱਲ ਸਿੱਧਾ ਕਲੀਅਰ ਕੱਟ ਕਦਮ ਹੈ ਇਸ ਕਰਕੇ। ਪਰ ਵਿਦਿਆਰਥੀ ਡਟੇ ਹੋਏ ਨੇ। ਮੋਰਚੇ ਦਾ 13ਵਾਂ ਦਿਨ ਹੈ ਤੇ ਆਪਾਂ ਦੇਖੋ ਹੀ ਬੁਲਾਰੇ ਅੱਜ ਪਹੁੰਚੇ ਨੇ, ਸਾਰੇ ਦੂਰੋਂ ਪਹੁੰਚੇ ਨੇ ਤੇ ਅੱਜ ਉਹ ਇਸੇ ਲਈ ਪਹੁੰਚੇ ਨੇ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਅੱਜ ਲੜਾਈ ਵੱਡੀ ਹੈ ਤੇ ਇਹਦੇ ਲਈ ਵੱਡੇ ਇਕੱਠ ਕਰਨ ਦੀ ਲੋੜ ਹੈ, ਵੱਡੀ ਗੂੰਜ ਕਰਨ ਦੀ ਲੋੜ ਹੈ। ਪੰਜਾਬ ਨੂੰ ਕਿਉਂ ਟਾਰਗੇਟ ਕੀਤਾ?
ਪੰਜਾਬ ਨੂੰ ਨਹੀਂ, ਯੂਨੀਵਰਸਿਟੀ ਨੂੰ ਖਾਸ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ। ਮਤਲਬ ਵੈਸੇ ਤਾਂ ਆਪਾਂ ਕਹਿ ਦਈਏ ਵੀ ਸਾਰੇ ਸੂਬਿਆਂ ਦੇ, ਇਕੱਲੀ ਪੰਜਾਬ ਨਹੀਂ, ਸਾਰੇ ਸੂਬਿਆਂ ਦੇ ਅਧਿਕਾਰਾਂ ਉੱਤੇ ਡਾਕਾ ਪੈ ਰਿਹਾ ਅਧਿਕਾਰਾਂ ਦੇ ਉੱਤੇ। ਇਸ ਕਰਕੇ ਉਹਨਾਂ ਨੂੰ ਹੈ ਵੀ ਜਿੱਥੋਂ ਕਿਤੋਂ ਆਵਾਜ਼ ਉੱਠਦੀ ਹੈ ਉਹਨੂੰ ਕੁਚਲਿਆ ਜਾਵੇ। ਯੂਨੀਵਰਸਿਟੀ 'ਚੋਂ ਆਵਾਜ਼ ਉੱਠਦੀ ਹੈ, ਨੌਜਵਾਨ ਬੋਲਦੇ ਨੇ। ਨਵੀਂ ਸਿੱਖਿਆ ਨੀਤੀ ਜਿਹੜੀ ਆਈ ਉਹ ਇਕੱਲੇ ਪੰਜਾਬ ਲਈ ਨਹੀਂ, ਪੂਰੇ ਭਾਰਤ ਦੇ ਵਿੱਚ ਇਕੱਲੇ ਕਾਲਜ ਯੂਨੀਵਰਸਿਟੀ ਦੇ ਵਿੱਚ ਲਾਗੂ ਕਰਨ ਦੀ ਹੈ। ਤੇ ਉਹਦੇ ਜਿਹੜੇ ਤੁਸੀਂ 3 ਟੀਚੇ ਰੱਖੇ ਨੇ, ਨਿੱਜੀਕਰਨ, ਭਗਵਾਂਕਰਨ, ਕੇਂਦਰੀਕਰਨ, ਇਹ ਉਹਦੇ 3 ਟੀਚੇ ਨੇ ਤੇ ਇਹਨਾਂ ਨੂੰ ਲਾਗੂ ਕਰਨਾ ਹੈ। ਜੇ ਲਾਗੂ ਹੁੰਦੇ ਆ ਤਾਂ ਸਾਡੇ ਨੌਜਵਾਨਾਂ ਦਾ ਭਵਿੱਖ ਬਿਲਕੁਲ ਖਤਰੇ 'ਚ ਹੈ। ਇਸ ਕਰਕੇ ਅਸੀਂ ਵਿਦਿਆਰਥੀ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਵੀ ਅਸੀਂ ਉਹਦੇ ਵਿਰੋਧ ਦੇ ਵਿੱਚ ਆਵਾਜ਼ ਚੱਕੀਏ। ਸੁਣਨ ਵਾਲਾ ਕੋਈ ਨਹੀਂ ਹੈ। ਇਹ ਬੜੀ ਅਜੀਬ ਜੀ ਗੱਲ ਵੇਖਣ ਨੂੰ ਮਿਲ ਰਹੀ ਹੈ। ਵਿਰੋਧ ਹੋ ਰਹੇ ਨੇ, ਜਨਤਾ ਸੜਕਾਂ ਤੇ ਹੈ, ਲੇਕਿਨ ਸੁਣਨ ਵਾਲਾ ਕੋਈ ਨਹੀਂ ਹੈਗਾ ਜੀ। ਸੁਣਾਉਣ ਵਾਲੇ ਬਹੁਤ ਨੇ ਤੇ ਸਾਨੂੰ ਸੁਣਾਉਣਾ ਹੁੰਦਾ। ਅਸੀਂ ਹਜੇ ਪਿਆਰ ਨਾਲ ਸੁਣਾ ਰਹੇ ਹਾਂ। ਜਿੱਦਣ ਜਿਵੇਂ ਕੱਲ ਉੱਥੇ ਬਲਵੀਰ ਰਾਜੇਵਾਲ ਜੀ ਕਹਿ ਗਏ ਸੀ, ਜਿੱਦਣ ਅਸੀਂ ਕਹਤਾ ਦੇਖ ਲਾਂਗੇ, ਫਿਰ ਤੁਹਾਨੂੰ ਵੀ ਨਹੀਂ ਸਮਝ ਆਉਣਾ ਵੀ ਕਿੱਧਰ ਨੂੰ ਭੱਜਣਾ ਹੈ। ਫਿਰ ਅਸੀਂ ਦੇਖਾਂਗੇ ਕਿਹੜੇ ਕਦਮ ਚੱਕਣੇ ਆ। ਸੁਣਾਉਣ ਲਈ ਹਜੇ ਪਿਆਰ ਨਾਲ ਕੋਸ਼ਿਸ਼ ਕਰ ਰਹੇ ਹਾਂ। 17 ਦਾ ਆਪਦਾ ਇਤਿਹਾਸ ਯਾਦ ਰੱਖਣ। ਵਿਦਿਆਰਥੀਆਂ ਨੇ ਯੂਨੀਵਰਸਿਟੀ 'ਚ ਫੀਸਾਂ ਕਿਵੇਂ ਵਾਪਸ ਕਰਾਈਆਂ ਸੀ, ਵਿਦਿਆਰਥੀ ਜਾਣਦੇ ਨੇ ਉਹ ਕੀ ਕਰਦੇ ਨੇ ਤੇ ਆਉਣ ਵਾਲੇ ਦਿਨਾਂ 'ਚ ਸੰਘਰਸ਼ ਤਿੱਖਾ ਕੀਤਾ ਜਾਊਗਾ। ਸਿੱਧੀ ਚੁਣੌਤੀ ਵਾਈਸ ਚਾਂਸਲਰ। ਹਾਂਜੀ, ਕੀ ਕਹੋਗੇ? ਅਸੀਂ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਵੱਲ ਤੋਂ ਅੱਜ ਅਸੀਂ ਆਪਣੇ ਬੱਚਿਆਂ ਦਾ ਸਾਥ ਦੇਣ ਲਈ ਇੱਥੇ ਪਹੁੰਚੇ ਆ। ਮੈਂ ਆਪਣੇ ਬੱਚਿਆਂ ਨੂੰ ਸ਼ਾਬਾਸ਼ ਦੇਣੀ ਚਾਹੁੰਦੀ ਆ ਕਿ ਉਹਨਾਂ ਨੇ ਇਹਨਾਂ ਨੂੰ ਨੱਥ ਪਾਉਣ ਲਈ ਕਰੜਾ ਜਿਗਰਾ ਕਰਕੇ ਇੱਥੇ ਬੈਠੇ ਆ। ਇਹ ਸੈਨੇਟ ਦੀਆਂ ਚੋਣਾਂ ਨਹੀਂ ਕਰਵਾ ਰਹੇ। ਇਸ ਯੂਨੀਵਰਸਿਟੀ ਨੂੰ ਜਿਸ ਤਰ੍ਹਾਂ ਪਹਿਲਾਂ ਅਡਾਨੀ ਸਾਡੇ ਕਿਸਾਨਾਂ ਦਾ ਅਡਾਨੀ ਅਵਾਨੀਆਂ ਨੂੰ ਦੇਣ ਲਈ ਸਾਰੀ ਤਿਆਰੀ ਕੀਤੀ ਹੋਈ ਹੈ, ਇਸੇ ਤਰ੍ਹਾਂ ਇਹਨਾਂ ਨੇ ਸੋਚਿਆ ਕਿ ਹਰ ਚੀਜ਼ ਦਾ ਇਹ ਭਗਵਾਂਕਰਨ ਕਰਨਾ ਚਾਹ ਰਹੇ ਆ, ਪਰ ਅਸੀਂ ਨਹੀਂ ਹੋਣ ਦੇਵਾਂਗੇ। ਅਸੀਂ ਆਪਣੇ ਬੱਚਿਆਂ ਦੇ ਨਾਲ ਖੜਾਂਗੇ। ਬਿਲਕੁਲ, ਦੇਖੋ ਇੱਕ ਪੋਸਟਰ ਵੀ ਤੁਹਾਨੂੰ ਦਿਖਾ ਦਿੰਦੇ ਆ। ਪੋਸਟਰ ਨੌਜਵਾਨ ਦੇ ਹੱਥ ਦੇ ਵਿੱਚ ਹੈ। PUVC ਗੋ ਬੈਕ। ਹੁਣ ਇਸ ਤਰ੍ਹਾਂ ਦੀ ਗੱਲਾਂ ਜਿਹੜੀਆਂ ਨੇ ਇੱਥੇ ਸ਼ੁਰੂ ਹੋ ਚੁੱਕੀਆਂ ਨੇ। ਤਸਵੀਰਾਂ ਤੁਹਾਨੂੰ ਦਿਖਾ ਸਕਦੇ ਆ ਕਿ ਕਿਸ ਢੰਗ ਦੇ ਨਾਲ ਆ ਪੋਸਟਰ ਜਿਹੜਾ ਉਹ ਤਿਆਰ ਕੀਤਾ ਗਿਆ ਔਰ PUVC ਗੋ ਬੈਕ ਦੀਆਂ ਗੱਲਾਂ ਇੱਥੇ ਹੋ ਰਹੀਆਂ ਨੇ, ਕਿਉਂਕਿ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ VC ਜਿਹੜਾ ਹੈ ਉਹ ਕਿਤੇ ਨਾ ਕਿਤੇ ਯੂਨੀਵਰਸਿਟੀ ਦਾ ਜਿਹੜਾ ਲੋਕਤੰਤਰ ਹੈ ਉਸ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ। ਤਸਵੀਰਾਂ ਜਿਹੜੀਆਂ ਨੇ ਆ ਯੂਨੀਵਰਸਿਟੀ ਦੇ ਐਡਮਿਨ ਬਲਾਕ ਦੇ ਬਾਹਰ ਦੀਆਂ ਨੇ। ਐਡਮਿਨ ਬਲਾਕ ਦੇ ਬਾਹਰ ਲਗਾਤਾਰ ਪ੍ਰੋਟੈਸਟ ਜਿਹੜਾ ਉਹ ਲਗਾਤਾਰ ਜਾਰੀ ਹੈ। ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਤੁਸੀਂ ਆਪ ਵੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਇੱਥੇ ਵਿਰੋਧ ਪ੍ਰਦਰਸ਼ਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਕਿਸ ਢੰਗ ਦੇ ਨਾਲ ਆਵਾਜ਼ ਜਿਹੜੀ ਹੈ ਉਹ ਬੁਲੰਦ ਕੀਤੀ ਜਾ ਰਹੀ ਹੈ। ਹੋਰ ਵੀ ਕਈ ਕਿਸਾਨ ਆਗੂ ਵੀ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹਾਂਜੀ ਸਰਕਾਰ, ਕਿਸ ਤਰ੍ਹਾਂ ਦੇਖਦੇ ਹੋ? ਲਗਾਤਾਰ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇੱਕ ਹੀ ਮੰਗ ਹੈ कि सीनेट चोणां कराई जान, लेकिन ऐसे भी सुनने वाला कोई नजर नहीं आ रहा। देखिए, हिंदुस्तान के अंदर आज मोदी सरकार ये चाहती है कि लोकतंत्र की पूरी तरह हत्या हो, संविधान के तहत इस देश में शासन ना हो। हर तरह यूनिवर्सिटी की चुनाव की जैसी बात है, ये तो हर जगह चाहते हैं कहीं चुनाव ना हो और सारे VC संगी बैठे। ये एक विचारधारा को प्रमोट करने के लिए इस तरह के हथकंडे अपनाए जा रहे हैं। हम किसान आंदोलन की तरफ से मांग करते हैं कि नौजवानों की, छात्रों की जो मांग है बिल्कुल जायज है। चुनाव होने चाहिए, क्योंकि लोकतंत्र का जो जन्म होता है छात्र राजनीति से ही होता है। यहाँ से लेकर के आगे ये देश का भविष्य है, इनको यही ना रोका जाए। लगातार ये यहाँ के चुनाव होने चाहिए। ਬਿਲਕੁਲ, ਦੇਖੋ ਸਿੱਧੇ ਤੌਰ ਤੇ ਇਹ ਲੋਕਤੰਤਰ ਦੇ ਵਿੱਚ ਸਟੂਡੈਂਟ ਪੋਲਿਟਿਕਸ ਦੀ ਆਪਣੀ ਅਹਿਮੀਅਤ ਹੈ। ਲੋਕਤੰਤਰ ਦੇ ਵਿੱਚ ਜਿਹੜੀ ਸਟੂਡੈਂਟ ਪੋਲਿਟਿਕਸ ਹੈ ਉਸ ਦੀ ਆਪਣੀ ਅਹਿਮੀਅਤ ਹੈ ਔਰ ਉਹ ਅਹਿਮੀਅਤ ਜਿਹੜੀ ਹੈ ਉਹ ਖਤਮ ਨਾ ਹੋਏ, ਇਸ ਨੂੰ ਲੈ ਕੇ ਇੱਥੇ ਧਰਨੇ ਲੱਗਦੇ ਹੋਏ ਨਜ਼ਰ ਆ ਰਹੇ ਨੇ, ਇਕੱਠ ਹੁੰਦੇ ਨਜ਼ਰ ਆ ਰਹੇ ਨੇ। ਵਿਰੋਧ ਤੇੜਾ ਜਿਹੜਾ ਹੈ ਉਹ ਪੁਰਜ਼ੋਰ ਤਰੀਕੇ ਨਾਲ ਇੱਥੇ ਜਾਰੀ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਕਿ ਸੀਨੇਟ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਰਾਈਆਂ ਜਾਣ ਔਰ ਜਿਸ ਢੰਗ ਦੀਆਂ ਤਸਵੀਰਾਂ ਇੱਥੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਆ ਐਡਮਿਨ ਬਲਾਕ ਦੀਆਂ ਤਸਵੀਰਾਂ ਨੇ। ਵਿਰੋਧ ਪ੍ਰਦਰਸ਼ਨ ਜਿਹੜਾ ਜਾਰੀ ਹੈ, ਕਿਉਂਕਿ ਕਿਹਾ ਜਾ ਰਿਹਾ ਹੈ ਕਿ ਵਿਰਾਸਤ ਨੂੰ ਬਚਾਉਣ ਦੀ ਕੋਸ਼ਿਸ਼ ਹੈ। ਪੰਜਾਬ ਦੀ ਵਿਰਾਸਤ, ਪੰਜਾਬ ਯੂਨੀਵਰਸਿਟੀ, ਉਸ ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਹੈ ਇੱਥੇ ਪੁਰਜ਼ੋਰ ਤਰੀਕੇ ਨਾਲ ਕੀਤੀ ਜਾ ਰਹੀ ਹੈ। ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਐਡਮਿਨ ਬਲਾਕ ਦੀਆਂ ਤਸਵੀਰਾਂ ਨੇ, ਜਿੱਥੇ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਲਗਾਤਾਰ ਜਾਰੀ ਹੈ। ਲਗਾਤਾਰ ਤਸਵੀਰਾਂ ਤੁਹਾਨੂੰ ਵਿਖਾਉਂਦੇ ਰਹਾਂਗੇ। ਤੁਸੀਂ ਵੇਖਦੇ ਰਹੋ ਡੇਲੀ ਪੋਸਟ ਪੰਜਾਬੀ।